ਪਿਆਰੇ ਵਿਦਿਆਰਥੀਓ, ਪਹਿਲੀ ਦੂਜੀ ਜਮਾਤ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਆਪਾਂ ਕਹਾਣੀਆਂ ਸ਼ੁਰੂ ਕੀਤੀਆਂ। ਪੁਰਾਣੇ ਸਮਿਆਂ ਦੇ ਵਿੱਚ ਦਾਦਾ ਦਾਦੀ ਜਾਂ ਬੱਚਿਆਂ ਦਾ ਮਾਤਾ ਪਿਤਾ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ, ਕਿਉਂਕਿ ਟੈਲੀਵਿਜ਼ਨ ਨਹੀਂ ਹੁੰਦੇ ਸੀ। ਹੁਣ ਬੱਚੇ ਟੀਵੀ ਅੱਗੇ ਬੈਠੇ ਰਹਿੰਦੇ ਆ, ਕਹਾਣੀਆਂ ਸੁਣਦੇ। ਰਾਤ ਨੂੰ 11 ਵਜੇ ਤੱਕ ਲਾਈਟ ਨਾ ਹੁੰਦੀ, ਨੀਂਦ ਵੀ ਨਾ ਆਉਂਦੀ, ਬੁਝਾਰਤਾਂ ਚੱਲ ਪੈਂਦੀਆਂ। ਆਸ ਵਿੱਚ ਬੱਚੇ ਵੀ ਇੱਕ ਦੂਜੇ ਨੂੰ ਕਹਾਣੀਆਂ ਸੁਣਾਉਂਦੇ, ਸਕੂਲਾਂ ਵਿੱਚ ਘਰੇ ਆਪਣੇ ਦਾਦੇ ਤੋਂ ਕਹਾਣੀ ਸੁਣਦੇ, ਸਕੂਲਾਂ ਵਿੱਚ ਸੁਣਾਉਂਦੇ, ਆਪ ਸੁਣਾਉਂਦੇ। ਉਹਦੇ ਨਾਲ ਉਹਨਾਂ ਨੂੰ ਬੋਲਣਾ ਵੀ ਆ ਜਾਂਦਾ, ਗੱਲਾਂ ਸੁਣਾਉਣੀਆਂ ਵੀ ਆ ਜਾਂਦੀਆਂ, ਉਹਨਾਂ ਦੇ ਦਿਮਾਗ ਵੀ ਤੇਜ਼ ਹੋ ਜਾਂਦੇ, ਲਿਖਦੇ ਵੀ ਬਹੁਤ ਕੁਝ। ਹਰ ਪੜ੍ਹਨ ਵਾਲਾ ਜੋ 10 ਪੜ੍ਹ ਜਾਂਦਾ ਸੀ ਉਹ ਕੁਝ ਨਾ ਕੁਝ ਲਿਖ ਜ਼ਰੂਰ ਲੈਂਦਾ ਸੀ, ਕਹਾਣੀਆਂ ਵੀ, ਕਵਿਤਾਵਾਂ ਵੀ, ਗੀਤ ਵੀ। 5 ਜਮਾਤਾਂ ਪੜ੍ਹੇ ਵੀ ਗੀਤ ਲਿਖਦੇ ਬੜੇ ਸੋਹਣੇ, ਕਿਉਂਕਿ ਉਹਨਾਂ ਨੇ ਸੁਣਿਆ ਬਹੁਤ ਕੁਛ ਹੁੰਦਾ ਸੀ, ਬੜੀਆਂ ਕਹਾਣੀਆਂ ਸੁਣੀਆਂ ਹੁੰਦੀਆਂ ਸੀ। ਆਪਾਂ ਹਰ ਰੋਜ਼ ਇੱਕ ਕਹਾਣੀ ਪੜ੍ਹਿਆ ਕਰਾਂਗੇ। ਪਹਿਲੀ ਦੂਜੀ ਜਮਾਤ ਤੋਂ ਲੈ ਕੇ 8ਵੀਂ 9ਵੀਂ 10ਵੀਂ ਤੱਕ ਦੇ ਵਿਦਿਆਰਥੀ ਜਿਹੜੇ ਇਹਨਾਂ ਕਹਾਣੀਆਂ ਨੂੰ ਜ਼ਰੂਰ ਸੁਣਿਆ ਕਰਨ। ਬਹੁਤ 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 ਆਨੰਦ ਆਏਗਾ ਤੁਹਾਨੂੰ। ਅੱਜ ਆਪਾਂ ਕਹਾਣੀ ਪੜ੍ਹਦੇ ਹਾਂ, ਮੂਰਖ ਕੌਣ। ਇੱਕ ਵਾਰ ਇੱਕ ਰਾਹੀ ਨੇ ਜੰਗਲ ਵਿੱਚ ਲੰਘਦੇ ਸਮੇਂ ਇੱਕ ਅਜਿਹਾ ਪੰਛੀ ਵੇਖਿਆ ਜਿਹੜਾ ਸੋਨੇ ਦੀ ਬਿੱਠ ਕਰਦਾ ਸੀ। ਉਸ ਨੂੰ ਬੜੀ ਹੈਰਾਨੀ ਹੋਈ ਕਿ ਇਹ ਸੰਭਵ ਹੈ, ਪਰ ਸੱਚ ਉਹਦੇ ਸਾਹਮਣੇ ਸੀ। ਜਦੋਂ ਉਹ ਨੇੜਲੇ ਪਿੰਡ ਵਿੱਚ ਪਹੁੰਚਿਆ ਤਾਂ ਇਹ ਗੱਲ ਉਸਨੇ ਪਿੰਡ ਵਾਲਿਆਂ ਨੂੰ ਦੱਸੀ। ਇਹ ਜਾਣ ਕੇ ਲੋਕਾਂ ਨੂੰ ਬੜੀ ਹੈਰਾਨੀ ਹੋਈ। ਉਸੇ ਪਿੰਡ ਵਿੱਚ ਇੱਕ ਕਾਲੂ ਰਾਮ ਨਾਂ ਦਾ ਸ਼ਿਕਾਰੀ ਰਹਿੰਦਾ ਸੀ। ਉਸਨੇ ਜਦ ਇਸ ਪੰਛੀ ਬਾਰੇ ਸੁਣਿਆ ਤਾਂ ਉਹਦੇ ਮਨ ਵਿੱਚ ਲੋਭ ਪੈਦਾ ਹੋ ਗਿਆ। ਉਸਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਇਸ ਪੰਛੀ ਨੂੰ ਫੜਿਆ ਜਾਵੇ। ਦੂਸਰੇ ਦਿਨ ਉਹ ਆਪਣਾ ਜਾਲ ਆਦਿ ਲੈ ਕੇ ਜੰਗਲ ਵੱਲ ਤੁਰ ਪਿਆ। ਜੰਗਲ ਵਿੱਚ ਪਹੁੰਚ ਕੇ ਉਸਨੇ ਸਭ ਤੋਂ ਪਹਿਲਾਂ ਉਸ ਦਰਖਤ ਦੀ ਭਾਲ ਕੀਤੀ ਜਿਸ 'ਤੇ ਸੋਨੇ ਦੀ ਬਿੱਠ ਕਰਨ ਵਾਲਾ ਪੰਛੀ ਰਹਿੰਦਾ ਸੀ। ਇਸ ਕੰਮ ਵਿੱਚ ਉਸ ਨੂੰ ਜ਼ਿਆਦਾ ਦੇਰ ਨਾ ਲੱਗੀ। ਉਹਨੇ ਦੂਰੋਂ ਚਮਕਦੇ ਸੋਨੇ ਨੂੰ ਤੱਕ ਇਹ ਅੰਦਾਜ਼ਾ ਲਾ ਲਿਆ ਕਿ ਇਹ ਉਹੀ ਦਰਖਤ ਹੋ ਸਕਦਾ ਹੈ ਜਿਸ 'ਤੇ ਸੋਨੇ ਦੀ ਬਿੱਠ ਕਰਨ ਵਾਲਾ ਪੰਛੀ ਰਹਿੰਦਾ ਹੋਵੇਗਾ। ਉਸਨੇ ਇਸ ਦਰਖਤ ਦੇ ਕੋਲ ਪਹੁੰਚਦਿਆਂ ਹੀ ਆਪਣਾ ਜਾਲ ਵਿਛਾ ਦਿੱਤਾ। ਪੰਛੀ ਨੂੰ ਉਸ ਜਾਲ ਵਿੱਚ ਫਸਦਿਆਂ ਦੇਰ ਨਾ ਲੱਗੀ ਤੇ ਸ਼ਿਕਾਰੀ ਉਸ ਨੂੰ ਫੜ ਕੇ ਖੁਸ਼ੀ-ਖੁਸ਼ੀ ਝੂਮਦਾ ਹੋਇਆ ਆਪਣੇ ਘਰ ਲੈ ਆਇਆ। ਪਰਿਵਾਰ ਦੇ ਲੋਕਾਂ ਨੇ ਜਿਉਂ ਹੀ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਦੇਖਿਆ ਤਾਂ ਖੁਸ਼ੀ ਨਾਲ ਝੂਮ ਉੱਠੇ। ਕਾਲੂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਸੀ ਕਿ ਹੁਣ ਉਸਦੇ ਆਪਣੇ ਘਰ ਵਿੱਚ ਹੀ ਸੋਨਾ ਪੈਦਾ ਹੋਣ ਲੱਗੇਗਾ ਤੇ ਕੁਝ ਦਿਨਾਂ ਵਿੱਚ ਉਹ ਸਭ ਤੋਂ ਜ਼ਿਆਦਾ ਅਮੀਰ ਹੋ ਜਾਵੇਗਾ। ਹੋਇਆ ਵੀ ਇਹੀ। ਸ਼ਿਕਾਰੀ ਪਹਿਲਾਂ ਤਾਂ ਜੰਗਲ ਵਿੱਚੋਂ ਸਾਰਾ ਸੋਨਾ ਚੁੱਕ ਕੇ ਲੈ ਆਇਆ, ਫਿਰ ਹੌਲੀ-ਹੌਲੀ ਕਾਫੀ ਸੋਨਾ ਜਮ੍ਹਾਂ ਹੋ ਗਿਆ। ਇੰਨਾ ਸੋਨਾ ਵੇਖ ਕੇ ਸ਼ਿਕਾਰੀ ਡਰਨ ਲੱਗਾ। ਉਸਨੂੰ ਇਸ ਗੱਲ ਦਾ ਡਰ ਸੀ ਕਿ ਜੇ ਰਾਜੇ ਦੇ ਕੰਨਾਂ ਤੱਕ ਇਹ ਖਬਰ ਪੁੱਜ ਗਈ ਕਿ ਮੇਰੇ ਕੋਲ ਇੰਨਾ ਸੋਨਾ ਜਮ੍ਹਾਂ ਹੈ ਤਾਂ ਸੋਨੇ ਦੇ ਨਾਲ ਨਾਲ ਮੇਰੀ ਜਾਨ ਵੀ ਲੈ ਸਕਦਾ ਹੈ। ਇਸ ਡਰ ਕਾਰਨ ਸ਼ਿਕਾਰੀ ਨੇ ਫੈਸਲਾ ਕੀਤਾ ਕਿ ਉਹ ਇਹ ਸੋਨੇ ਦੀ ਬਿੱਠ ਕਰਨ ਵਾਲਾ ਪੰਛੀ ਰਾਜੇ ਨੂੰ ਹੀ ਦੇਵੇਗਾ, ਕਿਉਂਕਿ ਉਹਦੇ ਕੋਲ ਬਹੁਤ ਸੋਨਾ ਜਮ੍ਹਾਂ ਹੋ ਗਿਆ ਸੀ। ਹੋਰ ਸੋਨਾ ਉਸਨੇ ਕਰਨਾ ਵੀ ਕੀ ਸੀ। ਅਗਲੇ ਹੀ ਦਿਨ ਉਹ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਲੈ ਕੇ ਰਾਜੇ ਦੇ ਦਰਬਾਰ ਵਿੱਚ ਜਾ ਪਹੁੰਚਿਆ। ਉਸਨੇ ਰਾਜੇ ਦੇ ਸਾਹਮਣੇ ਉਸ ਪੰਛੀ ਨੂੰ ਪੇਸ਼ ਕਰਦੇ ਹੋਏ ਆਖਿਆ, ਮਹਾਰਾਜ, ਇਹ ਤੁਹਾਡੇ ਲਈ ਹੈ। ਕਾਲੂ ਦੇ ਬੱਚੇ, ਤੈਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦਾ ਗੰਦਾ ਪੰਛੀ ਸਾਨੂੰ ਭੇਟ ਕਰਦੇ ਆ? ਕੀ ਤੂੰ ਇੰਨਾ ਪਾਗਲ ਹੋ ਗਿਆ ਹੈ ਜੋ ਇਹ ਵੀ ਨਹੀਂ ਜਾਣਦਾ ਕਿ ਰਾਜਿਆਂ ਨੂੰ ਸਿਰਫ ਸੋਨਾ ਚਾਂਦੀ ਹੀ ਭੇਟ ਕੀਤਾ ਜਾਂਦਾ ਹੈ? ਉਹਦੀ ਬਦਤਮੀਜ਼ੀ ਵੇਖ ਕੇ ਰਾਜਾ ਚੀਕਿਆ, ਮਹਾਰਾਜ, ਇਹ ਕੋਈ ਸਧਾਰਨ ਪੰਛੀ ਨਹੀਂ ਬਲਕਿ ਖੁਦ ਸੋਨੇ ਦੀ ਖਾਨ ਹੈ। ਤੂੰ ਕਿਤੇ ਪਾਗਲ ਤਾਂ ਨਹੀਂ ਹੋ ਗਿਆ? ਇੱਕ ਕਾਲਾ ਕਲੋਟਾ ਪੰਛੀ ਸੋਨੇ ਦੀ ਖਾਨ? ਮਹਾਰਾਜ, ਇਹਦੀ ਸ਼ਕਲ 'ਤੇ ਨਾ ਜਾਓ। ਅਸਲ ਵਿੱਚ ਇਹ ਪੰਛੀ ਸੋਨੇ ਦੀ ਬਿੱਠ ਕਰਦਾ ਹੈ। ਇਹ ਤੂੰ ਕੀ ਕਹਿ ਰਿਹਾ ਹੈ? ਕੀ ਇਹ ਸੰਭਵ ਹੈ? ਜੀ ਮਹਾਰਾਜ, ਹੱਥ ਕੰਗਣ ਨੂੰ ਆਰ ਸੀ ਕੀ, ਪੜ੍ਹੇ ਲਿਖੇ ਨੂੰ ਫਾਰ ਸੀ ਕੀ। ਹੁਣ ਥੋੜ੍ਹੀ ਦੇਰ ਬਾਅਦ ਜਦੋਂ ਇਹ ਬਿੱਠ ਕਰੇਗਾ ਤਾਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਿਓ। ਥੋੜ੍ਹੀ ਦੇਰ ਬਾਅਦ ਹੀ ਉਸ ਪੰਛੀ ਨੇ ਰਾਜੇ ਦੇ ਸਾਹਮਣੇ ਸੋਨੇ ਦੀ ਬਿੱਠ ਕਰ ਦਿੱਤੀ ਤਾਂ ਰਾਜੇ ਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ। ਉਹ ਸੋਚਾਂ ਵਿੱਚ ਪੈ ਗਿਆ ਕਿ ਇਹ ਸੰਭਵ ਹੋ ਸਕਦਾ ਹੈ। ਰਾਜੇ ਨੇ ਉਸੇ ਸਮੇਂ ਆਪਣੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਦੱਸਿਆ, ਮੰਤਰੀ ਜੀ, ਇਹ ਪੰਛੀ ਸੋਨੇ ਦੀ ਬਿੱਠ ਕਰਦਾ ਹੈ। ਰਾਜੇ ਦੀ ਗੱਲ ਸੁਣ ਕੇ ਪ੍ਰਧਾਨ ਮੰਤਰੀ ਹੱਸਣ ਲੱਗਿਆ। ਮੰਤਰੀ ਜੀ, ਰਾਜਾ ਕ੍ਰੋਧਿਤ ਹੋ ਉੱਠਿਆ, ਮਾਫ਼ ਕਰਿਓ ਮਹਾਰਾਜ, ਮੈਂ ਤੁਹਾਡੇ ਭੋਲੇਪਨ 'ਤੇ ਹੱਸ ਰਿਹਾ ਹਾਂ। ਤੁਸੀਂ ਇੱਕ ਸ਼ਿਕਾਰੀ ਦੀ ਗੱਲ 'ਤੇ ਵਿਸ਼ਵਾਸ ਕਰ ਲਿਆ, ਪਰ ਇਸਨੇ ਸਾਡੀਆਂ ਅੱਖਾਂ ਦੇ ਸਾਹਮਣੇ ਬਿੱਠ ਕੀਤੀ ਹੈ। ਜੇਕਰ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਸਾਨੂੰ ਇੱਕ ਵਾਰ ਸੋਚਣਾ ਪਵੇਗਾ ਕਿ ਇਹ ਆਦਮੀ ਕਿਹੜੀ ਚਾਲ ਚੱਲ ਕੇ ਸਾਨੂੰ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਤੋਹਫੇ ਵਜੋਂ ਦੇਣ ਆਇਆ ਹੈ। ਭਲਾ ਕੌਣ ਇੰਨਾ ਮੂਰਖ ਹੋਵੇਗਾ ਜਿਹੜਾ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਆਪਣੇ ਆਪ ਤੋਹਫੇ ਵਜੋਂ ਦੇਣ ਲਈ ਆਵੇਗਾ? ਮੰਤਰੀ ਦੀ ਗੱਲ ਸੁਣ ਕੇ ਰਾਜਾ ਵੀ ਸੋਚਾਂ ਵਿੱਚ ਪੈ ਗਿਆ ਤੇ ਮੰਤਰੀ ਵੱਲ ਵੇਖ ਕੇ ਬੋਲਿਆ, ਤੁਸੀਂ ਠੀਕ ਕਹਿੰਦੇ ਹੋ। ਅਸਲ ਵਿੱਚ ਮੈਂ ਹੀ ਮੂਰਖ ਹਾਂ ਜੋ ਇਸ ਆਦਮੀ ਦੀਆਂ ਗੱਲਾਂ 'ਚ ਆ ਗਿਆ। ਲੱਗਦਾ ਹੈ ਇਹ ਆਦਮੀ ਕੋਈ ਚਾਲਬਾਜ਼ ਹੈ। ਹੁਣ ਸਾਡੇ ਸਾਹਮਣੇ ਇੱਕੋ ਰਸਤਾ ਹੈ ਕਿ ਇਸ ਪੰਛੀ ਨੂੰ ਆਜ਼ਾਦ ਕਰ ਦਈਏ।
ਹਾਂ ਹਾਂ ਮਹਾਰਾਜ, ਤੁਸੀਂ ਇਸ ਪੰਛੀ ਨੂੰ ਆਜ਼ਾਦ ਕਰ ਦਿਓ, ਨਾ ਰਹੇਗਾ ਬਾਂਸ, ਨਾ ਵੱਜੇਗੀ ਬਾਂਸਰੀ। ਕਾਲੂ ਉਸ ਮੰਤਰੀ ਦੇ ਮੂੰਹ ਵੱਲ ਵੇਖ ਰਿਹਾ ਸੀ। ਉਸਨੇ ਉਸ ਨੂੰ ਸ਼ੱਕ ਦੀ ਨਜ਼ਰਾਂ ਨਾਲ ਤੱਕਿਆ ਸੀ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਗਰੀਬ ਦੇ ਸੋਨੇ ਨੂੰ ਲੋਕ ਮਿੱਟੀ ਹੀ ਸਮਝਦੇ ਹਨ। ਉਸਨੇ ਤਾਂ ਸੋਚਿਆ ਸੀ ਕਿ ਰਾਜਾ ਸੋਨੇ ਦੀ ਬਿੱਟ ਕਰਨ ਵਾਲੇ ਪੰਛੀ ਨੂੰ ਲੈ ਕੇ ਬਹੁਤ ਖੁਸ਼ ਹੋਵੇਗਾ ਤੇ ਇਸ ਦੇ ਬਦਲੇ ਉਸ ਨੂੰ ਇਨਾਮ ਦੇਵੇਗਾ ਜਾਂ ਆਪਣੇ ਦਰਬਾਰ ਵਿੱਚ ਨੌਕਰੀ ਦੇਵੇਗਾ, ਪਰ ਇੱਥੇ ਤਾਂ ਸਭ ਕੁਝ ਉਸ ਦੇ ਵਿਚਾਰਾਂ ਦੇ ਉਲਟ ਹੋ ਰਿਹਾ ਸੀ। ਨੇਕੀ ਬਦਲੇ ਬੁਰਾਈ ਮਿਲ ਰਹੀ ਸੀ। ਰਾਜੇ ਨੂੰ ਭੜਕਾਉਣ ਵਾਲਾ ਇਹ ਮੰਤਰੀ ਕਿੰਨਾ ਮੂਰਖ ਹੈ ਜੋ ਰਾਜੇ ਨੂੰ ਇਹ ਸਲਾਹ ਦੇ ਰਿਹਾ ਹੈ ਕਿ ਇਸ ਪੰਛੀ ਨੂੰ ਮੁਕਤ ਕਰ ਦਿੱਤਾ ਜਾਵੇ। ਕਾਲੂ ਵਿਚਾਰੇ ਦੀ ਗੱਲ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ। ਰਾਜਾ ਤਾਂ ਸਿਰਫ ਆਪਣੇ ਮੰਤਰੀਆਂ ਦੀ ਹੀ ਗੱਲ ਸੁਣਦਾ ਸੀ। ਮੰਤਰੀ ਦੇ ਕਹਿਣ ਤੇ ਸੋਨੇ ਦੀ ਬਿੱਠ ਕਰਨ ਵਾਲੇ ਪੰਛੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਪੰਛੀ ਪਿੰਜਰੇ ਚੋਂ ਨਿਕਲ ਕੇ ਇੱਕ ਖਿੜਕੀ ਤੇ ਜਾ ਬੈਠਾ ਤੇ ਉਹਨਾਂ ਸਾਰਿਆਂ ਨੂੰ ਕਹਿਣ ਲੱਗਾ, ਤੁਸੀਂ ਸਾਰੇ ਹੀ ਮੂਰਖ ਹੋ। ਸਭ ਤੋਂ ਵੱਡਾ ਮੂਰਖ ਦੇਖੋ ਕਿਹੜਾ ਸੀ ਇਹਨਾਂ ਵਿੱਚੋਂ। ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਮੂਰਖਤਾ ਇਹ ਸ਼ਿਕਾਰੀ ਹੈ ਜਿਹੜਾ ਸੋਨਾ ਦੇਣ ਵਾਲੇ ਪੰਛੀ ਨੂੰ ਰਾਜੇ ਨੂੰ ਭੇਟ ਕਰਨ ਆਇਆ ਸੀ। ਦੂਸਰਾ ਮੂਰਖ ਇਹ ਰਾਜਾ ਹੈ ਜਿਸ ਨੇ ਸੋਨਾ ਦੇਣ ਵਾਲੇ ਪੰਛੀ ਦੀ ਬਾਬਤ ਮੰਤਰੀ ਤੋਂ ਸਲਾਹ ਲਈ। ਸਭ ਤੋਂ ਵੱਡਾ ਮੂਰਖ ਇਹ ਮੰਤਰੀ ਹੈ ਜਿਸ ਨੇ ਸੋਨਾ ਦੇਣ ਵਾਲੇ ਪੰਛੀ ਨੂੰ ਆਜ਼ਾਦ ਕਰ ਦੇਣ ਲਈ ਆਖਿਆ। ਤੁਸੀਂ ਸਭ ਮੂਰਖ ਹੋ, ਕਹਿ ਕੇ ਪੰਛੀ ਫੁਰ ਉੱਡ ਗਿਆ। ਠੀਕ ਹੈ ਪਿਆਰੇ ਵਿਦਿਆਰਥੀਓ, ਅਗਲੀ ਕਹਾਣੀ ਵੀ ਆਪਾਂ ਪੜ੍ਹਾਂਗੇ। ਇਹ ਤੁਹਾਡੀ ਪਹਿਲੀ ਕਹਾਣੀ ਸੀ।